everyone, I am Jaspreet. This is chapter 2 of 12th class. Chapter 2 is string handling functions. Now in this video we are going to cover two topics. First one is reading and writing strings. First one is reading and writing strings, and second is simple input output get char, put char and printf. Let's start. The first topic is reading and writing strings, and in this reading string, first topic in this topic is reading string. The following input functions can be used to read a string. Okay, ਆਪਣੇ ਕੋਲ ਰੀਡਿੰਗ ਸਟ੍ਰਿੰਗ ਇੱਕ ਕਿਸੇ ਵੀ ਸਟ੍ਰਿੰਗ ਨੂੰ ਰੀਡ ਕਰਨ ਦੇ ਲਈ ਆਪਾਂ ਫੰਕਸ਼ਨ ਯੂਜ਼ ਕਰਦੇ ਆਂਗੇ ਜੋ ਆਪਣੇ ਕੋਲ ਇਹ ਫੋਲੋਇੰਗ ਫੰਕਸ਼ਨਸ ਨੇ. ਫਸਟ ਹੈਗਾ scanf with the percentage s format specification. Second is gets function. Third one is get char function. ਇਹ ਆਪਣੇ ਕੋਲ ਜੋ ਤਿੰਨੇ ਫੰਕਸ਼ਨਸ ਨੇ ਇਹਨਾਂ ਨੂੰ ਆਪਾਂ ਯੂਜ਼ ਕਰਦੇ ਆ ਤਾਂ ਕਿ ਅਸੀਂ ਕਿਸੇ ਵੀ ਸਟ੍ਰਿੰਗ ਨੂੰ ਰੀਡ ਕਰ ਸਕੀਏ. ਠੀਕ ਹੈ, ਆਪਣੇ ਕੋਲੇ ਜੋ scanf ਫੰਕਸ਼ਨ ਹੈ ਇਹਦੇ ਵਿੱਚ ਆਪਾਂ ਪਰਸੈਂਟੇਜ ਐਸ ਜਿਹੜਾ ਫਾਰਮੈਟ ਹੈ ਇਹ ਯੂਜ਼ ਕਰਦੇ ਹੁੰਦੇ ਆ. ਜਿਵੇਂ ਤੁਹਾਨੂੰ ਯਾਦ ਹੋਵੇ +1 ਦੇ ਵਿੱਚ ਜਦੋਂ ਤੁਸੀਂ ਪ੍ਰੋਗਰਾਮਿੰਗ ਕੀਤੀ ਹੈਗੀ ਤਾਂ ਤੁਸੀਂ ਜਿੱਥੇ ਵੀ ਵੇਰੀਏਬਲ ਡਿਕਲੇਅਰ ਕੀਤਾ ਆਪਾਂ ਇੰਟ ਵਗੈਰਾ ਨਾਲ ਜਦੋਂ ਵੇਰੀਏਬਲ ਡਿਕਲੇਅਰ ਕਰਦੇ ਆ ਤਾਂ ਆਪਾਂ scanf ਦੇ ਵਿੱਚ ਡਬਲ ਕੋਟਸ ਦੇ ਵਿੱਚ ਪਰਸੈਂਟੇਜ ਡੀ ਲਿਖਦੇ ਸੀ, ਕਿਉਂਕਿ ਪਰਸੈਂਟੇਜ ਡੀ ਹੈ ਜਿਹੜੀ ਉਹ ਆਪਾਂ ਇੰਟੀਜ਼ਰ ਦੇ ਲਈ ਯੂਜ਼ ਕਰਦੇ ਆ, ਇੰਟ ਆ ਡਾਟਾ ਟਾਈਪ ਦੇ ਲਈ ਯੂਜ਼ ਕਰਦੇ ਆ. ਬਟ ਜਦੋਂ ਆਪਾਂ ਸਟ੍ਰਿੰਗਸ ਦੀ ਗੱਲ ਕਰਦੇ ਆ ਤਾਂ ਸਟ੍ਰਿੰਗਸ ਦੇ ਲਈ ਆਪਾਂ ਪਰਸੈਂਟੇਜ ਐਸ ਹੈ ਜਿਹੜਾ ਇਹ ਆਪਾਂ scanf ਦੇ ਵਿੱਚ ਯੂਜ਼ ਕਰਦੇ ਆ. ਆਪਣੇ ਕੋਲ ਸੈਕਿੰਡ ਹੈਗਾ ਗੈਟਸ ਤੇ ਥਰਡ ਹੈਗਾ ਗੈਟ ਕੈਰ. ਉਸ ਤੋਂ ਬਾਅਦ ਆਪਣੇ ਕੋਲ ਹੈ ਰੀਡਿੰਗ ਰਾਈਟਿੰਗ ਸਟ੍ਰਿੰਗਸ. ਸੈਕਿੰਡ ਆਪਣੇ ਕੋਲ ਹੈ ਰਾਈਟਿੰਗ ਸਟ੍ਰਿੰਗਸ. ਠੀਕ ਹੈ, ਹੁਣ ਆਪਾਂ ਜੋ ਸਟ੍ਰਿੰਗਸ ਨੇ ਉਹਨਾਂ ਨੂੰ ਰਾਈਟ ਕਿਵੇਂ ਕਰ ਸਕਦੇ ਹਾਂ. ਅ ਸਟ੍ਰਿੰਗ ਔਰ ਅ ਗਰੁੱਪ ਆਫ ਸਟ੍ਰਿੰਗਸ ਕੈਨ ਬੀ ਰਿਟਨ to the monitor using the following output functions. ठीक है, ਆਪਣੇ ਕੋਲ ਇਹ ਫੋਲੋਇੰਗ ਆਊਟਪੁੱਟ ਫੰਕਸ਼ਨਸ ਨੇ ਜਿਹੜੇ ਇਹਨਾਂ ਨੂੰ ਯੂਜ਼ ਕਰਕੇ ਆਪਾਂ ਮੋਨੀਟਰ ਦੇ ਉੱਤੇ ਮਤਲਬ ਮੋਨੀਟਰ 'ਤੇ ਆਪਾਂ ਕੁਝ ਵੀ ਰਾਈਟ ਡਾਊਨ ਕਰ ਸਕਦੇ ਆਂਗੇ. ਕਿਸੇ ਸਟ੍ਰਿੰਗ ਨੂੰ ਕਰ ਸਕਦੇ ਹਾਂ, ਗਰੁੱਪ ਆਫ ਸਟ੍ਰਿੰਗਸ ਨੂੰ ਇਹਨਾਂ ਨੂੰ ਆਪਾਂ ਰਾਈਟ ਡਾਊਨ ਕਰ ਸਕਦੇ ਹਾਂ. ਠੀਕ ਹੈ, ਟੂ ਦਾ ਮੋਨੀਟਰ. ਇਹ ਆਪਣੇ ਕੋਲੇ ਫੰਕਸ਼ਨਸ ਨੇ ਆਊਟਪੁੱਟ ਫੰਕਸ਼ਨ, ਉਹ ਆਪਣੇ ਕੋਲੇ ਇਨਪੁੱਟ ਫੰਕਸ਼ਨ ਸੀ, ਇਹ ਆਊਟਪੁੱਟ ਨੇਗੇ. ਪਹਿਲਾ ਹੈਗਾ printf. ਠੀਕ ਹੈ, ਇਸ ਦੇ ਵਿੱਚ ਵੀ ਆਪਾਂ ਸਟ੍ਰਿੰਗ ਦੇ ਲਈ ਪਰਸੈਂਟੇਜ ਐਸ ਜਿਹੜਾ ਫਾਰਮੈਟ ਹੈ ਇਹੀ ਆਪਾਂ ਯੂਜ਼ ਕਰਦੇ ਹਾਂ. ਸੈਕਿੰਡ ਹੈਗਾ ਪੁੱਟਸ ਫੰਕਸ਼ਨ. ਥਰਡ ਵਨ ਹੈਗਾ ਪੁੱਟ ਕੈਰ. ਤੁਸੀਂ ਯਾਦ ਰੱਖਣਾ ਇਹ ਤਿੰਨੇ ਆਪਣੇ ਪੀ ਤੋਂ ਸ਼ੁਰੂ ਹੁੰਦੇ ਨੇ ਅਤੇ ਤਿੰਨੇ ਆਪਣੇ ਆਊਟਪੁੱਟ ਦੇ ਫੰਕਸ਼ਨਸ ਨੇਗੇ ਇਹ. ਠੀਕ ਹੈ, ਨੈਕਸਟ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਰੀਡਿੰਗ ਸਟ੍ਰਿੰਗਸ ਫਰੋਮ ਦਾ ਮੋਨੀਟਰ. ਠੀਕ ਹੈ, ਆਪਾਂ ਸਟ੍ਰਿੰਗਸ ਨੇ ਜਿਹੜੇ ਉਹਨਾਂ ਨੂੰ ਮੋਨੀਟਰ ਤੋਂ ਰੀਡ ਕਿਵੇਂ ਕਰਵਾ ਸਕਦੇ ਹਾਂ. ਤਾਂ ਦ ਫੰਕਸ਼ਨ scanf ਵਿਦ ਪਰਸੈਂਟੇਜ ਐਸ ਫਾਰਮੈਟ. ਦੇਖੋ ਇਹ ਉਹੀ ਥੋੜ੍ਹਾ ਉਹਨੂੰ ਇਹ ਡਿਟੇਲ 'ਚ ਦੱਸਣਗੇ. ਦ ਫੰਕਸ਼ਨ scanf ਵਿਦ ਪਰਸੈਂਟੇਜ ਐਸ ਫਾਰਮੈਟ ਸਪੈਸੀਫਿਕੇਸ਼ਨ ਇਜ਼ ਨੀਡਡ ਟੂ ਰੀਡ ਦਾ ਕਰੈਕਟਰ ਸਟ੍ਰਿੰਗ ਫਰੋਮ ਦਾ ਟਰਮੀਨਲਸ. ਠੀਕ ਹੈ, ਇਸ ਦਾ ਮਤਲਬ ਕੀ ਹੈਗਾ ਕਿ ਆਪਾਂ ਜਦੋਂ scanf ਫੰਕਸ਼ਨ ਹੈਗਾ ਉਹਦੇ ਵਿੱਚ ਆਪਾਂ ਪਰਸੈਂਟੇਜ ਐਸ ਫਾਰਮੈਟ ਸਪੈਸੀਫਿਕੇਸ਼ਨ ਲਗਾਉਂਦੇ ਆ. ਇਹ ਤਾਂ ਜ਼ਰੂਰੀ ਹੈ ਤਾਂ ਕਿ ਆਪਾਂ ਕਿਸੇ ਵੀ ਕਰੈਕਟਰ ਜਿਹੜਾ ਹੈਗਾ ਕਰੈਕਟਰ ਸਟ੍ਰਿੰਗ ਹੈ ਜੋ ਉਹਨੂੰ ਆਪਾਂ ਟਰਮੀਨਲ ਤੋਂ ਰੀਡ ਕਰ ਸਕੀਏ. ਠੀਕ ਹੈ, ਉਸ ਦੀ ਆਪਣੇ ਕੋਲ ਇੱਕ ਐਗਜ਼ਾਮਪਲ ਹੈਗੀ. ਜਿਵੇਂ ਆਪਣੇ ਕੋਲ ਕੈਰ ਆਪਾਂ ਡਾਟਾ ਟਾਈਪ ਲਈਏ, ਐਡਰੈਸ ਆਪਣੇ ਕੋਲ ਇਹ ਸਟ੍ਰਿੰਗ ਵੇਰੀਏਬਲ ਹੈ ਜਾਂ ਫਿਰ ਆਪਾਂ ਐਰੇ ਵੀ ਬੋਲ ਸਕਦੇ. ਮੈਂ ਆਲਰੇਡੀ ਤੁਹਾਨੂੰ ਪਿੱਛੇ ਵਾਲੀ ਜੋ ਆਪਾਂ ਇੱਕ ਵੀਡੀਓ ਕੀਤੀ ਸੀਗੀ ਉਸ ਦੇ ਵਿੱਚ ਮੈਂ ਤੁਹਾਨੂੰ
ਦੱਸਿਆ ਸੀਗਾ ਕਿ ਆਪਾਂ ਜੋ ਸਟ੍ਰਿੰਗਸ ਹੁੰਦੀ ਹੈਗੀ ਉਹ ਉਸਨੂੰ ਆਪਾਂ ਐਰੇ ਵੀ ਬੋਲ ਸਕਦੇ ਹਾਂ। ਠੀਕ ਹੈ, ਇਹ ਸਟ੍ਰਿੰਗ ਆਪਣੇ ਕੋਲੇ ਸਟ੍ਰਿੰਗ ਵੇਰੀਏਬਲ ਹੈ ਤੇ ਐਰੇ ਵੀ ਹੈਗਾ। ਤਾਂ ਇਸ ਦਾ ਆਪਣੇ ਕੋਲੇ ਨੇਮ ਕੀ ਹੈ, ਐਡਰੈਸ ਹੈ, ਇਹਦੀ ਡਾਟਾ ਟਾਈਪ ਕੀ ਹੈ, ਕੈਰ, ਤੇ ਇਸ ਦਾ ਸਾਈਜ਼ ਕੀ ਹੈ 15। ਮੀਨਸ 15 ਤੋਂ ਮਤਲਬ ਘੱਟ ਜਿੰਨੇ ਮਰਜ਼ੀ ਆਪਾਂ ਐਡ ਕਰ ਸਕਦੇ ਹਾਂ, ਪਰ 15 ਤੋਂ ਜ਼ਿਆਦਾ ਆਪਾਂ ਐਡ ਨਹੀਂ ਕਰ ਸਕਦੇ। ਠੀਕ ਹੈ, ਮੈਕਸਿਮਮ ਜਿਹੜੀ ਲੈਂਥ ਹੈਗੀ ਉਹ 15 ਹੈਗੀ। ਤੇ ਹੁਣ ਇੱਥੇ ਦੇਖੋ ਸਕੈਨਐਫ ਦੇ ਵਿੱਚ ਆਪਾਂ ਦੇਖੋ ਇਹ ਯੂਜ਼ ਕੀਤਾ ਡਬਲ ਕੋਟਸ ਦੇ ਵਿੱਚ %s, ਤੇ ਆਪਾਂ ਪਾਸ ਕਰਾਇਆਗਾ ਇਹਨੂੰ ਕੀ ਆਪਣੇ ਕੋਲੇ ਸਟ੍ਰਿੰਗ ਵੇਰੀਏਬਲ, ਆਪਾਂ ਵੇਰੀਏਬਲ ਨੂੰ ਹੀ ਪਾਸ ਕਰਾਉਂਦੇ ਹੈਗੇ। ਠੀਕ ਹੈ, ਐਡਰੈਸ ਇਹ ਆਪਣੇ ਕੋਲੇ ਹੋ ਗਿਆ ਰੀਡਿੰਗ ਸਟ੍ਰਿੰਗ ਫਰੋਮ ਦਾ ਮੋਨੀਟਰ। ਉਸ ਤੋਂ ਨੈਕਸਟ ਆਪਣੇ ਕੋਲ ਹੈਗਾ, ਅੱਛਾ ਠੀਕ ਹੈ, ਹੁਣ ਆਪਾਂ ਨੂੰ ਇਹ ਕਹਿ ਰਹੇ ਨੇ ਕਿ ਆਪਾਂ ਜਦੋਂ ਸਟ੍ਰਿੰਗ ਨੂੰ ਰੀਡ ਕਰਾਉਂਦੇ ਆਗੇ, ਠੀਕ ਹੈ, ਮੋਨੀਟਰ ਦੇ ਉੱਤੋਂ ਆਪਾਂ ਸਕੈਨਐਫ ਯੂਜ਼ ਕਰਕੇ, ਉਸ ਦਾ ਆਪਣੇ ਕੋਲ ਇੱਕ ਡਰੋਬੈਕ ਹੈ। ਡਰੋਬੈਕ ਇਹ ਹੈ, ਦ ਡਰੋਬੈਕ ਆਫ ਇਨਪੁਟਿੰਗ ਅ ਸਟ੍ਰਿੰਗ ਬਾਈ ਯੂਜ਼ਿੰਗ ਸਕੈਨਐਫ ਸਟੇਟਮੈਂਟ ਇਜ਼ ਇਟ ਜਸਟ ਟਰਮੀਨੇਟਸ, ਦੇਖੋ ਟਰਮੀਨੇਟਸ ਦ ਸਟੇਟਮੈਂਟ as soon as it finds a blank space। देखो इसका मतलब की है, ड्रॉबैक इसका यह है कि जदों अपने कोले कोई भी अपने कोले ब्लैंक स्पेस आ जाती है तो यह अपनी स्टेटमेंट है जिहड़ी उत्थे ही टर्मीनेट, मतलब उत्थे ही रुक जाती है। हुण तुसीं जिवें अपने कोले दस रहे ने, सपोज इफ वी टाइप द स्ट्रिंग, मतलब आपां ने एक स्ट्रिंग टाइप की जिसका नाम न्यूयॉर्क है। ठीक है, तो दैन ओनली द स्ट्रिंग न्यू विल बी रीड, इन्हां दे विचों न्यूयॉर्क दे विचों सिर्फ न्यू है जिहड़ा उसनूं रीड करूगा, विल बी रीड, एंड सिंस देयर इज़ अ ब्लैंक स्पेस आफ्टर वर्ड न्यू इट विल टर्मीनेट द स्ट्रिंग। देखो अपने कोले आपां स्ट्रिंग टाइप की न्यूयॉर्क, ठीक है, स्कैनएफ जिहड़ा अपने कोल फंक्शन है उस दे विच आपां ने इहनूं राइट डाउन करता। बट ਇਹਦਾ ਇਹ ਆਪਣੇ ਕੋਲੇ ਡਰੋਬੈਕ ਹੁੰਦਾ ਕਿ ਜੇ ਆਪਣੇ ਕੋਲੇ ਇੱਥੇ ਦੇਖੋ ਇਹਨਾਂ ਦੋਵਾਂ ਦੇ ਵਿੱਚ ਆਪਣੇ ਕੋਲੇ ਕੀ ਹੈਗਾ, ਸਪੇਸ ਹੈ, ਬਲੈਂਕ ਸਪੇਸ ਹੈ। ਠੀਕ ਹੈ, ਇਹ ਕੀ ਕਰੇਗਾ, ਜਿੱਥੇ ਬਲੈਂਕ ਸਪੇਸ ਆ ਜਾਏਗਾ ਉਸ ਤੋਂ ਬਾਅਦ ਉਹ ਰੀਡ ਹੀ ਨਹੀਂ ਕਰ ਸਕਦਾ। ਠੀਕ ਹੈ, ਤਾਂ ਉਹ ਕੀ ਕਰੇਗਾ, ਸਿਰਫ ਜਿਹੜਾ ਨਿਊ ਹੈਗਾ ਇਹਨੂੰ ਇਕੱਲੇ ਨੂੰ ਪ੍ਰਿੰਟ ਕਰਾ ਦੇਗਾ, ਕਿਉਂਕਿ ਉਹਨੇ ਦੇਖਿਆ ਬਲੈਂਕ ਹੈ, ਉਹਨੂੰ ਨਹੀਂ ਪਤਾ ਅੱਗੇ ਇਸ ਤੋਂ ਬਾਅਦ ਕੋਈ ਆਪਣੇ ਕੋਲੇ ਕਰੈਕਟਰ ਜਾਂ ਸਟ੍ਰਿੰਗ ਹੈਗੀ ਹੈ। ਉਹਨੇ ਨਿਊ ਤੋਂ ਬਾਅਦ ਹੀ ਟਰਮੀਨੇਟ ਕਰ ਦੇਣਾ, ਨਿਊ ਤੋਂ ਬਾਅਦ ਹੀ ਫਿਨਿਸ਼ ਹੋ ਜਾਊਗਾ। ਮਤਲਬ ਆਪਾਂ ਨੂੰ ਆਊਟਪੁੱਟ ਦੇ ਵਿੱਚ न्यूयॉर्क की जगह सिर्फ अपने कोले न्यू है जिहड़ा यही प्रिंट करांदा। ठीक है, ये ड्रॉबैक किसदा है अपने कोले, ये अपने कोले स्कैनएफ जिहड़ी स्टेटमेंट हैगी इसका ड्रॉबैक है। ठीक है, उस तो बाद आपां देखदे हां स्कैनएफ फंक्शन इज़ नॉट कैपेबल ऑफ रिसीविंग मल्टी वर्ड स्ट्रिंग्स। देखो वही है जिहड़ा स्कैनएफ है ਉਹਦੇ ਵਿੱਚ कैपेबिलिटी ही नहीं हैगी कि वो मल्टी वर्ड स्ट्रिंग्स ने ਜਿਹੜੇ ਉਹਨਾਂ ਨੂੰ रिसीव कर सके। वो एक सिंगल स्ट्रिंग है ਜਿਹੜੀ सिर्फ ਉਹਨੂੰ ही रिसीव कर सकता है। द वे टू गेट अराउंड दिस लिमिटेशन इज़ बाय यूजिंग द फंक्शन गैट्स। ठीक है, आप कहते लिमिटेशन है जिहड़ी इसनूं आपां हटा सकते हैं जे आपां इसकी जगह ते फंक्शन यूज़ करिए गैट्स। ठीक है, जे आपां गैट्स फंक्शन यूज़ करांगे तो जिहड़ी अपनी लिमिटेशन है वो की हो जाएगी, रिमूव हो जाएगी। क्यों, क्योंकि जिहड़ा गैट्स हैगा इज़ कैपेबल ऑफ रिसीविंग ओनली वन स्ट्रिंग एट अ टाइम। द प्लस पॉइंट विद गैट्स, प्लस पॉइंट की हैगा इज़ इट कैन रिसीव अ मल्टी वर्ड स्ट्रिंग। ठीक है, जो ਉਹਦੇ ਵਿੱਚ कैपेबिलिटी नहीं हैगी स्कैनएफ च मल्टी वर्ड स्ट्रिंग्स ਨੂੰ रिसीव करन दी, ਉਹ ਇਸ ਦੇ ਵਿੱਚ ਆਪਣੇ ਕੋਲੇ ਕੀ ਹੈਗੀ, कैपेबिलिटी हैगी है कि ਇਹ मल्टी वर्ड स्ट्रिंग्स ਨੇ ਜਿਹੜੇ ਉਹਨਾਂ ਨੂੰ रिसीव कर ਸਕਦਾ ਹੈਗਾ। ठीक है, ਜਿਵੇਂ ਹੁਣ ਆਪਣੇ ਕੋਲੇ ਪਹਿਲਾਂ ਵਾਲੀ ਐਗਜ਼ਾਮਪਲ ਸੀ ਨਿਊਯਾਰਕ, ਤਾਂ ਇਹ ਪੂਰੀ ਦੀ ਪੂਰੀ ਜੋ ਆਪਣੇ ਕੋਲੇ ਆਏਗੀ ਸਟ੍ਰਿੰਗ ਸਾਰੇ ਨੂੰ ਕੀ ਕਰਾ ਦੇਗਾ, ਆਊਟਪੁੱਟ ਵਿੱਚ ਪ੍ਰਿੰਟ ਕਰਾ ਦੇਗਾ ਆਪਣੇ ਕੋਲੇ ਜੋ ਗੈਟਸ ਹੁੰਦਾ ਹੈਗਾ। ठीक है, and this is our second topic of this video, simple input output getchar, putchar and printf. The function printf and scanf has been used for formatted input output। इसका मतलब की है कि जो अपने को प्रिंटएफ ते स्कैनएफ फंक्शनस नेगे इन्हां नूं आपां यूज़ करते हैं एज अ फॉर्मेटिंग ऑफ इनपुट आउटपुट। ठीक है, एंड गेटचर एंड पुटचर आर द बेसिक इनपुट आउटपुट लाइब्रेरी फंक्शन इन सी।
ਇਸ ਦਾ ਮਤਲਬ ਕੀ ਹੈ ਕਿ ਆਪਣੇ ਕੋਲੇ ਜੋ ਗੈਟ ਕੇਅਰ ਤੇ ਪੁੱਟ ਕੇਅਰ ਨੇ, ਇਹ ਦੋਵੇਂ ਫੰਕਸ਼ਨ ਨੇ, ਇਹ ਆਪਣੇ ਕੋਲੇ ਲਾਇਬ੍ਰੇਰੀ ਫੰਕਸ਼ਨ ਨੇਗੇ, ਬੇਸਿਕ ਇਨਪੁਟ ਆਊਟਪੁੱਟ ਲਾਇਬ੍ਰੇਰੀ ਫੰਕਸ਼ਨਸ ਨੇਗੇ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਹੈ ਗੈਟ ਕੇਅਰ। ਠੀਕ ਹੈ, ਸਿੰਪਲ ਇਨ, ਹਾਂਜੀ ਇਹ ਆਪਣਾ ਟॉपिक है गेट केयर। इट fetches one character from the standard input usually the terminal each time it is called and returns that character as the value of the function। ओके, ਇਸ ਦਾ ਮਤਲਬ ਕੀ ਹੈ ਕਿ ਆਪਣੇ ਕੋਲੇ ਜੋ ਗੈਟ ਕੇਅਰ ਹੈਗਾ ਇਹ ਕੀ ਕਰਦਾ ਹੈ, ਇਹ ਹਰ ਵਾਰ ਓਨਲੀ ਇੱਕ ਕਰੈਕਟਰ ਨੂੰ ਫੈਚ ਕਰੇਗਾ। ਜਿਵੇਂ ਜੋ ਗੈਟਸ ਸੀਗਾ ਉਹ ਕੀ ਕਰਦਾ ਸੀ, ਪੂਰੀ ਦੀ ਪੂਰੀ ਸਟ੍ਰਿੰਗ ਨੂੰ ਕੀ ਕਰਦਾ ਸੀਗਾ, ਆਪਾਂ ਨੂੰ ਗੈਟ ਫੈਚ ਕਰਾ ਦਿੰਦਾ ਸੀ ਜਾਂ ਗੈਟ ਕਰ ਦਿੰਦਾ ਸੀਗਾ। ਠੀਕ ਹੈ, ਤੇ ਬਟ ਜਿਹੜਾ ਗੈਟ ਕੇਅਰ ਹੈ ਇਹ ਓਨਲੀ ਇੱਕ ਕਰੈਕਟਰ ਨੂੰ ਹੀ ਫੈਚ ਕਰੂਗਾ ਫਰੋਮ ਦਾ ਸਟੈਂਡਰਡ ਇਨਪੁਟ ਤੋਂ। ਠੀਕ ਹੈ, ਹਰ ਟਾਈਮ ਤੇ ਈਚ ਟਾਈਮ ਤੇ ਇੱਕ ਕਰੈਕਟਰ ਨੂੰ ਹੀ ਫੈਚ ਕਰੇਗਾ ਜਦੋਂ ਆਪਾਂ ਗੈਟ ਕੇਅਰ ਨੂੰ ਕਾਲ ਕਰਾਂਗੇ। ਠੀਕ ਹੈ, ਜਦੋਂ ਆਪਾਂ ਗੈਟ ਕੇਅਰ ਫੰਕਸ਼ਨ ਨੂੰ ਯੂਜ਼ ਕਰਾਂਗੇ ਜਾਂ ਇਹਨੂੰ ਕਾਲ ਕਰਾਂਗੇ ਉਸ ਟਾਈਮ ਤੇ ਇਹ ਇੱਕ ਕਰੈਕਟਰ ਨੂੰ ਫੈਚ ਕਰੇਗਾ। ਐਂਡ ਰਿਟਰਨ ਦੈਟ ਕਰੈਕਟਰ ਐਜ਼ ਦਾ ਵੈਲਿਊ ਆਫ ਦਾ ਫੰਕਸ਼ਨ, ਤੇ ਜੋ ਇਸ ਦੇ ਵਿੱਚ ਜੋ ਕਰੈਕਟਰ ਹੋਏਗਾ ਉਹਨੂੰ ਐਜ਼ ਆ ਵੈਲਿਊ, ਠੀਕ ਹੈ, ਉਹ ਰਿਟਰਨ ਕਰਕੇ ਆਪਣੇ ਕੋਲ ਲੈ ਕੇ ਆਏਗਾ। when it reaches the end of whatever file it is reading, thereafter it returns the character represented by /0 ਜਾਂ ਆਪਾਂ ਨਲ ਕਰੈਕਟਰ ਬੋਲ ਸਕਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਜਦੋਂ ਇਹ ਰੀਡ ਕਰਦਾ ਹੋਇਆ ਪੂਰੀ ਫਾਈਲ ਨੂੰ, ਜਦੋਂ ਇਹ ਰੀਡ ਕਰਦਾ ਐਂਡ ਤੇ ਪਹੁੰਚ ਗਿਆ, ਠੀਕ ਹੈ, ਤਾਂ ਇਹ ਕੀ ਕਰੇਗਾ, ਇਹ ਰਿਟਰਨ ਕਰਾਏਗਾ ਆਪਣੇ ਕੋਲ ਲਾਸਟ ਤੇ ਇਹਨੇ ਨਲ ਕਰੈਕਟਰ ਨੂੰ ਰਿਟਰਨ ਕਰਵਾਉਣਾ ਹੀ ਕਰਵਾਉਣਾ ਹੈਗਾ। ਠੀਕ ਹੈ, ਇਸ ਨੂੰ। ਤੇ ਉਸ ਤੋਂ ਬਾਅਦ ਆਪਣੇ ਕੋਲ ਹੈ ਪੁੱਟ ਕੇਅਰ। ਪੁੱਟ ਕੇਅਰ ਦੇ ਵਿੱਚ ਦੇਖੋ ਕੀ ਹੈਗਾ, ਦਿਸ ਫੰਕਸ਼ਨ puts one character out on the standard output each time it is called। देखो ये भी उसदे वांगू ही सेम है। वन करैक्टर ਨੂੰ ਉਹਨੇ ਕੀ ਕਰਾਉਣਾ ਸੀਗਾ, वन ਕਰੈਕਟਰ ਨੂੰ ਉਹਨੇ ਫੈਚ ਕਰਨਾ ਸੀ। ਗੈਟ ਕੇਅਰ ਨੇ वन ਕਰੈਕਟਰ ਨੂੰ ਫੈਚ ਕਰਨਾ ਸੀ। ਪੁੱਟ ਕੇਅਰ ਨੇ ਕੀ ਹੈ, वन ਕਰੈਕਟਰ ਨੂੰ ਆਪਣੇ ਕੋਲੇ ਸਟੈਂਡਰਡ ਆਊਟਪੁੱਟ ਤੋਂ ਲੈ ਕੇ ਆਉਣਾ ਹੈਗਾ। ਠੀਕ ਹੈ, ਹਰ ਟਾਈਮ ਤੇ ਜਦੋਂ ਵੀ ਪੁੱਟ ਕੇਅਰ ਨੂੰ ਕਾਲ ਹੋਏਗੀ, ਠੀਕ ਹੈ, ਜਦੋਂ ਵੀ ਆਪਾਂ ਇਹਨੂੰ ਕਾਲ ਕਰਾਂਗੇ ਤਾਂ ਇਹ ਇੱਕ ਕਰੈਕਟਰ ਨੂੰ ਆਪਣੇ ਕੋਲੇ ਲੈ ਕੇ ਆਏਗਾ। ਠੀਕ ਹੈ, ਤੇ ਆਪਾਂ ਮੈਂ ਤੁਹਾਨੂੰ ਦੱਸਿਆ ਸੀ ਪੁੱਟ ਕੇਅਰ ਹੈ ਜੋ ਇਹ ਕਿਸ ਦੇ ਲਈ ਆਪਾਂ ਯੂਜ਼ ਕਰਦੇ ਹਾਂ, ਇਹ ਆਪਣੇ ਕੋਲੇ ਆਊਟਪੁੱਟ ਫੰਕਸ਼ਨ ਹੈਗਾ। ਠੀਕ ਹੈ, ਸੋ ਦਾ ਪ੍ਰੋਗਰਾਮ ਰੀਡਸ वन ਕਰੈਕਟਰ ਐਂਡ ਰਾਈਟਸ ਇਟ ਬੈਕ ਆਊਟ। ਇਸ ਦਾ ਮਤਲਬ ਕੀ ਹੈ ਕਿ ਜੋ ਆਪਣੇ ਕੋਲੇ ਪ੍ਰੋਗਰਾਮ ਹੈ ਉਸ ਦੇ ਵਿੱਚ ਆਪਾਂ ਜੋ ਇਹ ਗੈਟ ਕੇਅਰ ਤੇ ਪੁੱਟ ਕੇਅਰ ਹੈ, ਇਹ ਦੋਵੇਂ ਆਪਣੇ ਕੋਲੇ ਇੱਕ ਕਰੈਕਟਰ ਨੂੰ ਇੱਕ ਟਾਈਮ ਤੇ ਕੀ ਕਰ ਸਕਦੇ ਆ, ਰੀਡ ਕਰ ਸਕਦੇ ਆ, ਤੇ ਆਪਾਂ ਨੂੰ ਇੱਕ ਕਰੈਕਟਰ ਨੂੰ ਹੀ ਰਾਈਟ ਬੈਕ ਕਰਕੇ ਲੈ ਕੇ ਆ ਸਕਦੇ ਆ। ਠੀਕ ਹੈ, ਅੱਜ ਦਾ ਆਪਣਾ ਇਹ ਵੀਡੀਓ ਕੰਪਲੀਟ ਹੋ ਗਈ ਤੇ ਨੈਕਸਟ ਮੈਂ ਤੁਹਾਡੇ ਕੋਲ ਜਲਦੀ ਲੈ ਕੇ ਆਵਾਂਗੀ। ਨੈਕਸਟ ਦੇ ਵਿੱਚ ਥੋੜਾ ਜਿਹਾ ਡਿਟੇਲ ਦੇ ਵਿੱਚ ਹੋਊਗਾ ਇਸ ਦੇ ਨਾਲ ਰਿਲੇਟਡ। ਠੀਕ ਹੈ, ਤੇ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਤਾਂ ਤੁਸੀਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕਸ ਫॉर ਵਾਚਿੰਗ।